जी आए नूं प्यारे विद्यार्थियों। पंजाब स्टेट एजुकेशन बोर्ड की 8वीं जमात की अंग्रेजी की किताब माई इंग्लिश कंपेनियन उसका लैसन नंबर 2 दी अर्थ नीड्स यू, उसकी एक्टिविटी नंबर 2 अंडर दी टाइटल वोकैबुलरी एक्सपेंशन अर्थात शब्दों के भंडार विच वाधा। सो बच्चों यह जिहड़ी एक्टिविटी है यह तुहाडी किताब विच सारी लिख के दसी हुई है वैसे, तो उन्होंने कहा कि तुसीं इहनूं पढ़ो तो समझो तो डिस्कस करो। तो मैनूं लग्गिआ इहदे विच कई औखे शब्द ने तो कई बच्चों नूं पढ़ के तंगी आ रही होनी है। सो इहदे विच कोई लिखण वाली गलती नहीं हैगी, तुसीं सुनना है, तुहाडी किताब 'च छपिया होया है तो उसनूं मैं पूरा टाइप करके ये वीडियो बना रहा। तो तुसीं ध्यान नाल सुनना है, मैं जिहड़े सारे सेंटेंसिस आउणगे उन्हां नूं तुहानूं बोल के अर्थ करके समझावांगा, ठीक है जी। और देखिए कि वोकैबुलरी नंबर एक्टिविटी नंबर 2 की कहती है। कहते गिवन बिलो इज अ टेबल। कहते हेठ तुहानूं एक टेबल दिता गया, एक टेबल बनया होया in which you will find one word for a statement or a group of words phrases ਜਿਹਦੇ ਵਿੱਚ ਤੁਸੀਂ ਕਿਸੇ ਕਥਨ ਲਈ ਜਾਂ ਸ਼ਬਦਾਂ ਦੇ ਜੋੜ ਲਈ ਸ਼ਬਦਾਂ ਦੇ ਸਮੂਹ ਲਈ ਤੁਹਾਨੂੰ ਇੱਕ ਸ਼ਬਦ ਮਿਲੇਗਾ। ਕਹਿੰਦੇ we substitute a group of words with only one word। ਅਸੀਂ ਕਈ ਸ਼ਬਦਾਂ ਦੇ ਜਿਹੜਾ ਸਮੂਹ ਹੈ ਉਹਦੇ ਥਾਂ ਇੱਕ ਸ਼ਬਦ ਲਿਖ ਦਿੰਨੇ ਹਾਂ। ਸਬਸਟੀਟਿਊਟ ਹੁੰਦਾ ਉਹਦੀ ਥਾਂ ਕਰਨਾ। And that is why it is called one word substitution। इसी करके इसनूं एक शब्द ਦਾ ਸਬਸਟੀਟਿਊਸ਼ਨ ਵਨ ਵਰਡ ਸਬਸਟੀਟਿਊਸ਼ਨ ਕਿਹਾ ਜਾਂਦਾ ਹੈ ਕਿ ਬਜਾਏ ਗੱਲ ਨੂੰ ਇੰਨੀ ਵੱਡੀ ਕਹਿ ਕੇ ਮਤਲਬ ਕਿ ਇੰਨਾ ਵੱਡਾ ਸੈਂਟੈਂਸ ਇੰਨਾ ਵੱਡਾ ਕਥਨ ਕਹਿਣ ਦੀ ਬਜਾਏ ਅਸੀਂ ਇੱਕ ਸ਼ਬਦ ਰਾਹੀਂ ਉਹ ਸਾਰਾ ਭਾਵ ਜਿਹੜਾ ਹੈ ਉਹ ਅਰਥ ਹੈਗਾ ਉਹਨੂੰ ਅਸੀਂ ਆਪਣਾ ਪ੍ਰਗਟ ਕਰ ਸਕਦੇ ਹਾਂ। ਦੀ ਟੇਬਲ ਹੈਜ਼ 20 ਐਂਟਰੀਜ਼। ਇਸ ਟੇਬਲ ਵਿੱਚ ਤੁਹਾਨੂੰ 20 ਉਦਾਹਰਨ ਦਿੱਤੇ ਗਏ ਹਨ। You will work in pairs। ਤੁਸੀਂ ਜੋੜਿਆਂ ਵਿੱਚ ਕੰਮ ਕਰੋਗੇ, ਆਪਣਾ ਇੱਕ ਸਾਥੀ ਲਵੋਗੇ। To read ਪੜ੍ਹਨ ਲਈ and understand ਸਮਝਣ ਲਈ 10 words each। 10 ਸ਼ਬਦ ਇੱਕ ਬੰਦਾ ਲਏਗਾ ਜੋੜੇ ਵਿੱਚੋਂ ਤੇ 10 ਸ਼ਬਦ ਦੂਜਾ, ਤੇ ਇਦਾਂ ਤੁਸੀਂ ਉਹਨੂੰ ਮਤਲਬ ਕਿ ਅਦਲ ਬਦਲ ਕਰ ਸਕਦੇ ਹੋ। After you have ਦੇਖੋ ਬੱਚੋ ਅੰਡਰਸਟੈਂਡ ਨਹੀਂ ਆਉਣਾ ਚਾਹੀਦਾ, ਦੇਖੋ ਗਲਤ ਹੈਗਾ। ਹਾਂਜੀ ਸੌਰੀ ਮਾਫ ਕਰਨਾ, ਉਹ ਮੈਨੂੰ ਥੋੜੀ ਭੁਲੇਖਾ ਲੱਗਿਆ, ਅੰਡਰਸਟੂਡ ਹੈਗਾ। ਹਾਂ ਠੀਕ ਹੈ, ਮੈਂ ਸੋਚਿਆ ਅੰਡਰਸਟੈਂਡ ਲਿਖਿਆ। After you have understood, have ਤੋਂ ਬਾਅਦ ਹਮੇਸ਼ਾ ਥਰਡ ਫਾਰਮ ਆਉਂਦੀ ਹੈ। After you have understood these 10 words, ਜੇ ਤੁਸੀਂ ਇਹਨਾਂ ਚੋਂ ਜਦੋਂ 10 ਸ਼ਬਦ ਸਮਝ ਲਏ, you will discuss them with your partner। ਫਿਰ ਤੁਸੀਂ ਆਪਣੇ ਸਾਥੀ ਦੇ ਨਾਲ ਇਹਨਾਂ ਦੀ ਵਿਚਾਰ ਕਰੋਗੇ, ਠੀਕ ਹੈ। ਆਓ ਦੇਖੀਏ ਹੁਣ। A disease ਕੋਈ ਬਿਮਾਰੀ that affect ਹੁੰਦਾ ਹੈ ਜੋ ਅਸਰ ਪਾਉਂਦੀ ਹੈ a large number of people ਬਹੁਤ ਸਾਰੇ ਲੋਕਾਂ ਤੇ in an area ਕਿਸੇ ਖੇਤਰ ਵਿੱਚ at the same time ਇੱਕੋ ਸਮੇਂ। ਹੁਣ ਆਮ ਬਿਮਾਰੀਆਂ ਤੇ ਜਿੱਦਾਂ ਘਰ 'ਚ ਕਿਸੇ ਕਦੇ ਬੰਦੇ ਨੂੰ ਬਿਮਾਰੀ ਲੱਗਦੀ ਹੈ, ਪਰ ਕਈ ਵਾਰ ਕੀ ਹੁੰਦਾ ਬੱਚਿਓ ਇੱਕੋ ਟਾਈਮ ਤੇ ਇੱਕ ਖੇਤਰ ਵਿੱਚ ਬਹੁਤ ਸਾਰੇ ਲੋਕਾਂ ਨੂੰ ਬਿਮਾਰੀ ਹੋ ਜਾਂਦੀ ਹੈ, ਤਦ ਅਸੀਂ ਉਹਨੂੰ ਕਹਿੰਦੇ ਹਾਂ ਐਪੀਡੈਮਿਕ। ਜਿਹੜਾ ਕਰੋਨਾ ਹੈ ਇਸ ਵੇਲੇ ਫੈਲਿਆ ਹੋਇਆ, ਅਸੀਂ ਉਹਨੂੰ ਐਪੀਡੈਮਿਕ ਨਹੀਂ ਕਹਿੰਦੇ, ਅਸੀਂ ਉਹਨੂੰ ਕਹਿੰਦੇ ਪੈਂਡੇਮਿਕ। ਪੈਂਡੇਮਿਕ ਉਹ ਹੁੰਦਾ ਹੈ ਜਿਹੜਾ ਐਪੀਡੈਮਿਕ ਕਈ ਦੇਸ਼ਾਂ ਵਿੱਚ ਫੈਲ ਜਾਵੇ, ਉਹਨੂੰ ਕਿਹਾ ਜਾਂਦਾ ਪੈਂਡੇਮਿਕ। ਤੇ ਐਪੀਡੈਮਿਕ ਹੁੰਦਾ ਇੱਕ ਏਰੀਏ ਵਿੱਚ, ਜਿੱਦਾਂ ਅਸੀਂ ਕਹੀਏ ਕਿ ਲੁਧਿਆਣੇ ਵਿੱਚ ਇਹ ਬਿਮਾਰੀ ਫੈਲ ਗਈ, ਫਿਰ ਉਹ ਲੁਧਿਆਣੇ ਦੇ ਫਿਰ ਅਸੀਂ ਕਹਿੰਦੇ ਇਹ ਐਪੀਡੈਮਿਕ ਹੈਗਾ। ਜਾਂ ਅਸੀਂ ਕਹੀਏ ਉੱਤਰੀ ਦਿੱਲੀ ਵਿੱਚ ਇਹ ਪ੍ਰੋਬਲਮ ਫੈਲ ਗਈ, ਜਾਂ ਅਸੀਂ ਕਹੀਏ ਯੂਪੀ ਦੇ ਬੁਲੰਦ ਸ਼ਹਿਰ ਜ਼ਿਲ੍ਹੇ ਵਿੱਚ ਇਹ ਬੜੀ ਗੱਲ ਫੈਲ ਗਈ, ਜਾਂ ਹੈਦਰਾਬਾਦ ਵਿੱਚ ਇਹ ਬਿਮਾਰੀ ਫੈਲ ਗਈ, ਫਿਰ ਅਸੀਂ ਕਹਿੰਦੇ ਹਾਂ ਐਪੀਡੈਮਿਕ। ਪਰ ਹੁਣ ਕਰੋਨਾ ਜਿਹੜਾ ਹੈ ਬੱਚੇ ਸਾਰੇ ਦੇਸ਼ ਵਿੱਚ ਫੈਲਿਆ ਹੋਇਆ, ਪਾਕਿਸਤਾਨ, ਸ਼੍ਰੀਲੰਕਾ, ਨੇਪਾਲ, ਚਾਈਨਾ ਸਾਰੇ ਦੇਸ਼ਾਂ 'ਚ ਫੈਲਿਆ ਗਿਆ, ਉਹਨੂੰ ਅਸੀਂ ਕਹਿੰਦੇ ਪੈਂਡੇਮਿਕ, ਠੀਕ ਹੈ। ਹੁਣ ਬਜਾਏ ਇੰਨਾ ਵੱਡਾ ਸੈਂਟੈਂਸ ਲਿਖਣ ਦੇ ਅਸੀਂ ਜੇ ਕਹਿ ਦਈਏ ਐਪੀਡੈਮਿਕ ਤੇ ਗੱਲ ਸਾਫ਼ ਹੋ ਜਾਏਗੀ, ਤਾਂ ਅਸੀਂ ਕਹਿੰਦੇ ਹਾਂ ਵਨ ਵਰਡ ਸਬਸਟੀਟਿਊਸ਼ਨ। ਇੰਨੀ ਵੱਡੀ ਗੱਲ ਕਹਿਣ ਦੀ ਬਜਾਏ ਅਸੀਂ ਇਹ ਕਹਿ ਦਿੰਦੇ ਹਾਂ, ਜਿੱਦਾਂ ਅਸੀਂ ਕਹਿੰਦੇ ਮਹਾਮਾਰੀ। ਅਸੀਂ ਇਹ ਥੋੜ੍ਹੀ ਕਹਿੰਦੇ ਹਾਂ ਜੀ ਸਾਰੇ ਪੂਰੀ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਇਹ ਕਰੋਨਾ ਦੀ ਬਹੁਤ ਵੱਡੀ ਬਿਮਾਰੀ ਫੈਲੀ ਹੋਈ ਹੈ, ਅਸੀਂ ਇੱਦਾਂ ਨਹੀਂ ਕਹਿੰਦੇ, ਅਸੀਂ ਕਹਿੰਦੇ ਹਾਂ ਕਰੋਨਾ ਮਹਾਮਾਰੀ ਫੈਲੀ ਹੋਈ ਹੈ। ਸੋ ਜਿਹੜੇ ਅਸੀਂ ਮਹਾਮਾਰੀ ਕਹਿੰਦੇ ਹਾਂ ਉਹਦੇ ਨਾਲ ਗੱਲ ਆਪੇ ਹੀ ਸਪਸ਼ਟ ਹੋ ਜਾਂਦੀ ਹੈ, ਇਹਨੂੰ ਕਿਹਾ ਜਾਂਦਾ ਹੈ ਵਨ ਵਰਡ ਸਬਸਟੀਟਿਊਸ਼ਨ। ਫਿਰ ਕਹਿੰਦੇ ਅ ਬੋਡੀ ਆਫ ਪਰਸਨਸ। ਅ ਬੋਡੀ ਆਫ ਪਰਸਨ ਦਾ ਮਤਲਬ ਹੈ ਇੱਥੇ ਬੋਡੀ ਦਾ ਮਤਲਬ ਹੈਗਾ ਸਮੂਹ, ਕੁਝ ਬੰਦਿਆਂ ਦਾ ਸਮੂਹ ਅਪੁਆਇੰਟਡ ਜਿਨ੍ਹਾਂ ਨੂੰ ਨਿਯਤ ਕੀਤਾ ਗਿਆ ਹੈ ਟੂ ਹੀਅਰ ਸੁਣਨ ਵਾਸਤੇ, ਐਵੀਡੈਂਸ ਹੁੰਦਾ ਸਬੂਤ, ਔਰ ਜੱਜ ਜਾਂ ਜਿਹੜੇ ਕੋਈ ਜੱਜ ਹੁੰਦੇ ਨੇ ਉਹਨਾਂ ਨੂੰ ਸੁਣਨ ਲਈ, ਐਂਡ ਗਿਵ ਦੇਅਰ ਵਰਡਿਕਟ। ਵਰਡਿਕਟ ਹੁੰਦਾ ਹੈ ਫੈਸਲਾ, ਡਿਸੀਜਨ ਦਾ ਮਤਲਬ ਹੀ ਫੈਸਲਾ ਹੁੰਦਾ ਹੈ। ਕਿਸੇ ਝਗੜਾ ਹੈ, ਕੋਈ ਬਹਿਸ ਹੈਗੀ ਹੈ, ਉਹਦੇ ਬਾਰੇ
फैसला सुनना, सबूत सुनने ते अपना फैसला देना 3 4 5 ਬੰਦਿਆਂ ਦਾ ਜਿਹੜਾ ਸਮੂਹ ਹੁੰਦਾ ਹੈ ਉਹਨੂੰ ਅਸੀਂ ਕਹਿੰਦੇ ਜਿਊਰੀ। ਇਹਦਾ ਸਭ ਤੋਂ ਛੋਟਾ, ਸਭ ਤੋਂ ਵਧੀਆ ਉਦਾਹਰਣ ਹੈ ਸਮਝਣ ਲਈ, ਜਿੱਦਾਂ ਅਸੀਂ ਕਹਿੰਦੇ ਪੰਚਾਇਤ ਜਾਂ ਆਮ ਸਮਾਜ ਵਿੱਚ ਕੋਈ ਛੋਟੀ ਮੋਟੀ ਤਕਰਾਰ ਹੈ, ਕੋਈ ਬਹਿਸ ਹੈ, ਕੋਈ ਝਗੜਾ ਹੈ, ਤੇ ਅਸੀਂ ਕਹਿੰਦੇ ਆ 4 ਬੰਦੇ ਸਿਆਣੇ ਹੈਗੇ ਨੇ, ਅਸੀਂ ਇਹਨਾਂ ਨੂੰ ਡਿਊਟੀ ਲਾ ਦਿੰਦੇ ਹਾਂ, ਇਹ ਜੋ ਫੈਸਲਾ ਕਰਨਗੇ ਅਸੀਂ ਮੰਨ ਲਵਾਂਗੇ। ਇਸੇ ਤਰ੍ਹਾਂ ਸਰਕਾਰਾਂ ਵਿੱਚ ਵੀ ਹੁੰਦਾ, ਉਹ ਜੱਜ ਅਪਾਇੰਟ ਕਰ ਦਿੰਦੇ 3 ਜਾਂ 4, ਹਨਾ। ਸੋ ਅਸੀਂ ਉਹਨੂੰ ਕਹਿੰਦੇ ਜਿਊਰੀ। ਜਿਊਰੀ ਹੁੰਦਾ 3 ਜਾਂ 4 ਜਾਂ 5 ਜੱਜਾਂ ਦਾ ਇੱਕ ਬੈਂਚ, ਉਹਨਾਂ ਦਾ ਸਮੂਹ, ਠੀਕ ਹੈ। ਇੱਕ ਬੰਦੇ ਦਾ ਫੈਸਲਾ ਨਹੀਂ ਹੁੰਦਾ, ਉਹ ਫਿਰ ਉਹ 2 ਤੋਂ 2 ਜਾਂ 2 ਤੋਂ ਵੱਧ ਬੰਦੇ ਹੁੰਦੇ ਨੇ, ਉਹਨੂੰ ਕਿਹਾ ਜਾਂਦਾ ਜਿਊਰੀ, ਠੀਕ ਹੈ। ਅ ਗੇਮ ਇਨ ਵਿਚ ਨੋ ਵਨ ਵਿਨਸ, ਕਹਿੰਦੇ ਉਹ ਖੇਡ ਜਿਹਦੇ ਵਿੱਚ ਕੋਈ ਵੀ ਜਿੱਤਦਾ ਨਹੀਂ ਹੈਗਾ, ਬਰਾਬਰ ਬਰਾਬਰ ਦੇ ਗੋਲ ਹੋਏ, ਬਰਾਬਰ ਬਰਾਬਰ ਦੇ ਰਨ ਹੋਏ, ਬਰਾਬਰ ਬਰਾਬਰ ਦੇ ਪੁਆਇੰਟ ਬਣੇ, ਤੇ ਅਸੀਂ ਕੀ ਕਹਿੰਦੇ ਆ, ਡਰਾ। ਕਹਿੰਦੇ ਵੀ ਇਹ ਗੇਮ ਡਰਾ ਹੋ ਗਈ ਹੈ, ਠੀਕ ਹੈ। ਸੋ ਬਜਾਏ ਇਹ ਕਹਿਣ ਦੇ ਵੀ ਇਹ ਗੇਮ ਵਿੱਚ ਕੋਈ ਵੀ ਨਹੀਂ ਜਿੱਤਿਆ, ਅਸੀਂ ਕਹਿੰਦੇ ਆ ਇਹ ਗੇਮ ਡਰਾ ਹੋ ਗਈ ਹੈ। ਫਿਰ ਅ ਲਿਸਟ ਆਫ ਬੁੱਕਸ ਅਵੇਲੇਬਲ ਇਨ ਅ ਲਾਇਬ੍ਰੇਰੀ, ਕਿਸੇ ਵੀ ਲਾਇਬ੍ਰੇਰੀ ਵਿੱਚ ਜਾਂ ਪਬਲਿਸ਼ਰ ਦੇ ਕੋਲ, ਪ੍ਰਕਾਸ਼ਕ ਦੇ ਕੋਲ ਜਿਹੜੀ ਕਿਤਾਬਾਂ ਦੀ ਸੂਚੀ ਹੁੰਦੀ ਹੈ, ਉਹਨੂੰ ਕੀ ਕਿਹਾ ਜਾਂਦਾ ਹੈ, ਉਹਨੂੰ ਕਿਹਾ ਜਾਂਦਾ ਕੈਟਾਲੌਗ। ਅਸੀਂ ਉਹਨੂੰ ਕਿਸੇ ਦੁਕਾਨ ਤੇ ਜੇ ਅਸੀਂ ਕਿ ਭਾਜੀ ਤੁਸੀਂ ਆਪਣਾ ਕੈਟਾਲੌਗ ਦਿਓ, ਵੀ ਤੁਸੀਂ ਪ੍ਰਕਾਸ਼ਕ ਹੈਗੇ ਹੋ ਜਾਂ ਤੁਹਾਡੀ ਦੁਕਾਨ ਵੀ ਹੈਗੀ, ਤੁਹਾਡਾ ਸ਼ੋਰੂਮ ਹੈਗਾ, ਤੁਸੀਂ ਕਿਹੜੀ ਕਿਹੜੀ ਕਿਤਾਬਾਂ ਛਾਪੀਆਂ ਹੋਈਆਂ ਮੈਂ ਦੇਖਣਾ ਚਾਹੁੰਦਾ। ਹੁਣ ਜਿੱਦਾਂ ਸਿੰਘ ਬ੍ਰਦਰਸ ਕੋਲ ਅਸੀਂ ਜਾਈਦਾ, ਮੈਂ ਕਿਤਾਬਾਂ ਖਰੀਦ ਕੇ ਲਿਆਉਂਦਾ, ਤੇ ਮੈਂ ਕਹਿੰਦਾ, ਪਹਿਲੇ ਕਹਿੰਦਾ ਭਾਜੀ ਮੈਨੂੰ ਆਪਣਾ ਕੈਟਾਲੌਗ ਦਿਓ ਜਰਾ, ਤੇ ਉਹ ਕੈਟਾਲੌਗ ਦੇ ਦਿੰਦੇ ਨੇ। ਉਹ ਪਤਲੀ ਜਿਹੀ ਕਿਤਾਬਚਾ ਜਿਹਾ ਹੁੰਦਾ, ਚ ਸਾਰੀ ਕਿਤਾਬਾਂ ਦੀ ਨਾਂ ਹੁੰਦਾ, ਉਸ ਲਿਖਾਰੀ ਦਾ ਨਾਂ ਹੁੰਦਾ, ਉਸ ਕਿਤਾਬ ਦੇ ਬਾਰੇ ਮੁੱਢਲੀ ਜਾਣਕਾਰੀ ਵੀ ਹੁੰਦੀ ਹੈ। ਸੋ ਉਹਨੂੰ ਕਿਹਾ ਜਾਂਦਾ ਹੈ ਕੈਟਾਲੌਗ, ਠੀਕ ਹੈ। ਫਿਰ ਕਹਿੰਦੇ ਅ ਮੈਨ ਹੂ ਡਜ਼ ਨਾਟ ਨੋ ਹਾਊ ਟੂ ਰੀਡ ਐਂਡ ਰਾਈਟ, ਕਹਿੰਦੇ ਉਹ ਬੰਦਾ ਜੋ ਪੜ੍ਹਨਾ ਜਾਂ ਲਿਖਣਾ ਨਹੀਂ ਜਾਣਦਾ, ਉਹਨੂੰ ਅਸੀਂ ਕੀ ਕਹਿੰਦੇ ਆ, ਪੰਜਾਬੀ ਅਸੀਂ ਕਹਿੰਦੇ ਅਨਪੜ੍ਹ, ਠੀਕ ਹੈ। ਜਾਂ ਅਸੀਂ ਕਹਿੰਦੇ ਓਮੀ, ਓਮੀ ਵੀ ਕਹਿ ਦਿੰਦੇ ਆ। ਜਿੱਦਾਂ ਗੁਰਬਾਣੀ 'ਚ ਹੁੰਦਾ ਨਾ, ਪੜ੍ਹਿਆ ਹੋਏ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀ ਹੈ, ਅਰਥਾਤ ਜੋ ਇਕੱਲਾ ਓਮ ਗਾਣਾ ਜਾਣਦਾ ਹੈ, ਜੋ ਬਸ ਉਹਨੂੰ ਹੋਰ ਕੁਝ ਨਹੀਂ ਪਤਾ, ਉਹਨੂੰ ਕਹਿ ਦਿੰਦੇ ਆ ਓਮੀ ਵੀ ਕਹਿ ਦਿੰਦੇ ਆ, ਤੇ ਅਨਪੜ੍ਹ। ਤੇ ਅੰਗਰੇਜ਼ੀ 'ਚ ਕੀ ਕਹਿੰਦੇ ਆ, ਇਲਿਟਰੇਟ। ਇਲਿਟਰੇਟ, ਇਲਿਟਰੇਟ ਮੈਨੇ ਜੋ ਅੰਗੂਠਾ ਛਾਪ ਹੈ, ਅਸੀਂ ਪੰਜਾਬੀ 'ਚ ਕਹਿੰਦੇ ਅੰਗੂਠਾ ਛਾਪ। ਇਹ ਉਹ ਕਹਿੰਦਾ ਜੀ ਮੈਨੂੰ ਅੰਗੂਠਾ ਦੀ ਮੋਹਰ ਲਾ ਲਓ, ਮੈਨੂੰ ਆਪਣੇ ਸਾਈਨ ਕਰਨੇ ਵੀ ਨਹੀਂ ਆਉਂਦੇ, ਮੈਨੂੰ ਆਪਣੇ ਹਸਤਾਖਰ ਕਰਨੇ ਵੀ ਨਹੀਂ ਆਉਂਦੇ। ਤੇ ਬੱਚੋ ਜੇ ਮੈਂ ਮੋਹਰੇ ਹਟਾ ਦੇਵਾਂ, ਆਈ ਔਰ ਐਲ ਹਟਾ ਦੇਵਾਂ, ਤੇ ਉਹਦਾ ਵਿਰੋਧੀ ਸ਼ਬਦ ਬਣ ਜਾਏਗਾ ਲਿਟਰੇਟ। ਲਿਟਰੇਟ, ਲਿਟਰੇਟ ਮੈਨੇ ਜੋ ਪੜ੍ਹਨਾ ਲਿਖਣਾ ਜਾਣਦਾ ਹੈ, ਤੇ ਆਈ ਐਲ ਮੋਹਰੇ ਲੱਗ ਜਾਏ ਤੇ ਬਣ ਜਾਂਦਾ ਇਲਿਟਰੇਟ, ਅਰਥਾਤ ਜੋ ਪੜ੍ਹਨਾ ਲਿਖਣਾ ਨਹੀਂ ਜਾਣਦਾ। ਸੋ ਬਜਾਏ ਇਹ ਕਹਿਣ ਦੇ, ਜਿੱਦਾਂ ਮੈਂ ਕਹਾਂ ਆਈ ਡੂ ਨਾਟ ਨੋ ਹਾਊ ਟੂ ਰੀਡ ਔਰ ਟੂ ਰਾਈਟ, ਮੈਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ, ਤੇ ਮੈਂ ਸਿੱਧਾ ਕਹਿ ਦਵਾਂਗਾ ਆਈ ਐਮ ਐਨ ਇਲਿਟਰੇਟ ਪਰਸਨ, ਮੈਂ ਅਨਪੜ੍ਹ ਆਦਮੀ ਹਾਂ। ਸੋ ਇੰਨਾ ਵੱਡਾ ਸੈਂਟੈਂਸ ਕਹਿਣ ਦੀ ਬਜਾਏ ਮੈਂ ਇੱਕ ਸ਼ਬਦ ਕਹਿ ਕੇ ਆਪਣੀ ਗੱਲ ਜਿਹੜੀ ਹੈ, ਉਹਦਾ ਭਾਵ ਜਿਹੜਾ ਹੈ, ਉਹਨੂੰ ਮੈਂ ਪ੍ਰਗਟ ਕਰ ਸਕਦਾ, ਠੀਕ ਹੈ। ਅੱਗੇ ਦੇਖੀਏ, ਫਿਰ ਕਹਿੰਦੇ ਐਨ ਆਥਰ। ਆਥਰ ਹੁੰਦਾ ਬੱਚਿਓ ਲਿਖਾਰੀ, ਉਹਨੂੰ ਰਾਈਟਰ ਵੀ ਕਹਿ ਦਿੰਦੇ ਆ, ਆਥਰ ਵੀ ਕਹਿ ਦਿੰਦੇ ਆ, ਤੇ ਇਹ ਪੋਸਟ ਆਫ ਹੀ ਲੱਗ ਜਾਏਗਾ, ਮਤਲਬ ਵੀ ਦਾ, ਦੇ, ਦੀ। ਐਨ ਆਥਰਸ ਮਤਲਬ ਕਿ ਲਿਖਾਰੀ ਦੀ, ਹੈਂਡ ਰਿਟਨ ਹੱਥ ਲਿਖਤ, ਔਰ ਟਾਈਪਡ ਜਾਂ ਟਾਈਪ ਕੀਤੀ ਹੋਈ। ਟੈਕਸਟ ਹੁੰਦਾ ਬੱਚਿਓ ਲਿਖਤ, ਜੋ ਚੀਜ਼ ਲਿਖੀ ਗਈ ਹੈ, ਜੋ ਲਿਖਿਆ ਹੋਇਆ ਉਹਨੂੰ ਕਹਿੰਦੇ ਟੈਕਸਟ। that has not yet been published, ਅਰਥਾਤ ਲਿਖਾਰੀ ਦੁਆਰਾ ਹੱਥ ਨਾਲ ਲਿਖਿਆ ਗਿਆ ਜਾਂ ਟਾਈਪ ਕੀਤਾ ਗਿਆ ਉਹਦਾ ਜੋ ਖਰੜਾ ਹੈ, ਉਹਦੀ ਜੋ ਲਿਖਤ ਹੈ, ਜੋ ਹਲੇ ਕਿਤਾਬ ਦੇ ਰੂਪ ਵਿੱਚ ਨਹੀਂ ਛਪੀ, ਉਹਨੂੰ ਅਸੀਂ ਕਹਿੰਦੇ ਹਾਂ ਖਰੜਾ ਕਹਿ ਦਿੰਦੇ ਹਾਂ ਪੰਜਾਬੀ 'ਚ, ਤੇ ਅੰਗਰੇਜ਼ੀ ਕਹਿੰਦੇ ਮੈਨੂਸਕ੍ਰਿਪਟ। ਜਿੱਦਾਂ ਮੈਂ ਕਹਾਂ ਮੈਂ ਪਬਲਿਸ਼ਰ ਹੋਵਾਂ ਤੇ ਕੋਈ ਲਿਖਾਰੀ ਹੈ, ਤੇ ਮੈਂ ਕਹਾਂ, ਉਹ ਕਹਿੰਦਾ ਜੀ ਮੈਂ ਆਪਣੀ ਕਿਤਾਬ ਛਪਾਉਣੀ ਹੈ, ਜਾਂ ਆਪਣਾ ਨਾਵਲ ਛਪਾਉਣਾ ਹੈ, ਜਾਂ ਮੈਂ ਆਪਣੀ ਕਵਿਤਾਵਾਂ ਦਾ ਸੰਗ੍ਰਹਿ ਛਪਾਉਣਾ ਹੈ, ਤੇ ਮੈਂ ਕਹਾਂਗਾ ਓਕੇ ਸੈਂਡ ਮੀ ਅ ਕਾਪੀ ਆਫ ਯੂਅਰ ਮੈਨੂਸਕ੍ਰਿਪਟ, ਵੀ ਮੈਨੂੰ ਤੂੰ ਆਪਣੀ ਜੋ ਮੈਨੂਸਕ੍ਰਿਪਟ ਹੈ, ਆਪਣੀ ਜਿਹੜੀ ਹੱਥ ਲਿਖਤ ਹੈ, ਉਹਦੀ ਇੱਕ ਕਾਪੀ, ਉਹਦਾ ਉਤਾਰਾ ਮੈਨੂੰ ਭੇਜ, ਫਿਰ ਮੈਂ ਦੇਖਾਂਗਾ ਵੀ ਤੇਰੀ ਕਿਤਾਬ ਛਾਪਣੀ ਹੈ ਨਹੀਂ ਛਾਪਣੀ। ਸੋ ਬੜੀ ਬੱਚਿਓ ਜਿਹੜੀ ਲਿਖਾਰੀ ਵੱਲੋਂ ਹੱਥ ਲਿਖਤ ਜਾਂ ਲਿਖਾਰੀ ਵੱਲੋਂ ਜੋ ਛਪੀ ਹੋਈ ਟਾਈਪ ਕੀਤੀ ਹੋਈ ਜੋ ਚੀਜ਼ ਹੈਗੀ ਹੈ, ਉਹਨੂੰ ਕਿਹਾ ਜਾਂਦਾ ਹੈ ਮੈਨੂਸਕ੍ਰਿਪਟ, ਜਿਹਨੇ ਹਾਲੇ ਕਿਤਾਬ ਦਾ ਰੂਪ ਨਹੀਂ ਲਿਆ। ਉਹ ਰਜਿਸਟਰ ਹੋ ਸਕਦਾ ਹੈ, ਉਹਦੀ ਕੋਈ ਨੋਟਬੁੱਕ ਹੋ ਸਕਦੀ ਹੈ, ਜਾਂ ਉਹਦੇ ਜਿਹੜੇ ਅਲੱਗ-ਅਲੱਗ ਵਰਕੇ ਨੇ ਉਹਦੀ ਨੱਥੀ ਬਣਾਈ ਹੋਈ ਹੋ ਸਕਦੀ ਹੈ, ਫਾਈਲ ਵਿੱਚ ਕੋਈ ਉਹਦੇ ਪੇਪਰ ਹੋ ਸਕਦੇ ਨੇ, ਠੀਕ ਹੈ। ਫਿਰ ਕਹਿੰਦੇ ਸਮਥਿੰਗ ਰਿਟਨ ਬਾਏ ਐਨ ਅਨਨੋਨ ਪਰਸਨ। ਅਨਨੋਨ ਮੈਨੇ ਜਿਹਦੇ ਬਾਰੇ ਜਾਣਦੇ ਨਹੀਂ, ਸਾਨੂੰ ਕੁਝ ਪਤਾ ਨਹੀਂ ਉਹ ਕਿਹੜੇ ਦੇਸ਼ ਦਾ ਹੈ, ਸਾਨੂੰ ਇਹ ਨਹੀਂ ਪਤਾ ਉਹ ਬੰਦਾ ਹੈ ਜਾਂ ਬੰਦੀ ਹੈ, ਔਰਤ ਹੈ, ਬੀਬੀ ਹੈ, ਜਾਂ ਆਪਣਾ ਮਰਦ ਹੈਗਾ, ਸਾਨੂੰ ਇਹ ਨਹੀਂ ਪਤਾ ਬੁੱਢਾ ਹੈ, ਜਵਾਨ ਹੈ, ਕੁਝ ਨਹੀਂ ਪਤਾ ਕਿਹੜੇ ਦੇਸ਼ ਦਾ ਹੈ, ਕਿਹੜਾ ਵਾਸੀ, ਅਨਨੋਨ ਪਰਸਨ, ਠੀਕ ਹੈ। ਰਿਟਨ ਕੋਈ ਵੀ ਚੀਜ਼ ਲਿਖੀ ਹੋਈ ਜਿਹਦੇ ਬਾਰੇ ਪਤਾ ਨਹੀਂ ਹੈ ਕਿਹਨੇ ਲਿਖੀ ਹੈ। ਹੁਣ ਅਸੀਂ ਕਈ ਵਾਰ ਦੇਖਦੇ ਹਾਂ ਅਖਾਣ ਪੜ੍ਹਨ ਨੂੰ ਮਿਲਦੇ ਨੇ, ਜਾਂ ਕੋਈ ਕੋਟੇਸ਼ਨ ਪੜ੍ਹਨ ਨੂੰ ਮਿਲਦੀ ਹੈ, ਕਈ ਵਾਰ ਕੋਈ ਕਵਿਤਾ ਪੜ੍ਹਨ ਨੂੰ ਮਿਲਦੀ ਹੈ, ਕਈ ਵਾਰ ਕੋਈ ਕਹਾਣੀ ਪੜ੍ਹਨ ਨੂੰ ਮਿਲਦੀ ਹੈ, ਤੇ ਪਰ ਉਹਦਾ ਲਿਖਾਰੀ ਦਾ ਨਹੀਂ ਪਤਾ ਹੁੰਦਾ, ਫਿਰ ਅਸੀਂ ਲਿਖ ਦਿੰਦੇ ਹਾਂ ਐਨੋਨੀਮਸ, ਅਣਜਾਣ,
ਮਲੀ ਸਾਨੂੰ ਨਹੀਂ ਪਤਾ, ਅਗਿਆਤ ਵੀ ਕਹਿ ਦਿੰਦੇ ਆ, ਅਣਜਾਣ ਵੀ ਕਹਿ ਦਿੰਦੇ ਆ, ਅਗਿਆਤ ਵੀ ਸਾਨੂੰ ਨਹੀਂ ਪਤਾ ਇਹ ਰਚਨਾ ਕਿਸ ਬੰਦੇ ਦੀ ਲਿਖੀ ਹੋਈ ਹੈ, ਉਹਨੂੰ ਅਸੀਂ ਕਹਿੰਦੇ ਆ ਐਨੋਨੀਮਸ। ਕਈ ਵਾਰ ਨਾ ਅਸੀਂ ਕਹਿ ਦਿੰਦੇ ਆ, ਜਿੱਦਾਂ ਅਖਬਾਰਾਂ 'ਚ ਪੜ੍ਹਦੇ ਆ, ਕਹਿੰਦੇ ਦੀ ਪੁਲਿਸ ਰਿਸੀਵਡ ਐਨ ਐਨੋਨੀਮਸ ਕਾਲ, ਮਤਲਬ ਕਿ ਪੁਲਿਸ ਨੂੰ ਫੋਨ ਆਇਆ ਜਿੱਤੇ ਕਾਲ ਕਰਨ ਵਾਲੇ ਨੇ ਆਪਣਾ ਨਾਂ ਆਪਣੀ ਪਛਾਣ ਨਹੀਂ ਦੱਸੀ, ਕਹਿੰਦੇ ਐਨੋਨੀਮਸ ਕਾਲ। ਦੀ ਪੁਲਿਸ ਰਿਸੀਵਡ ਐਨ ਐਨੋਨੀਮਸ ਕਾਲ ਅਬਾਊਟ ਅ ਥ੍ਰੈਟ ਆਫ ਬੰਬ, ਇੱਕ ਬੰਬ ਦੀ ਇੱਕ ਧਮਕੀ ਦਾ ਉਹਨੇ ਕੋਈ ਦਿੱਤਾ, ਤੇ ਪਰ ਉਹ ਕਾਲ ਦਾ ਨਹੀਂ ਪਤਾ ਲੱਗਾ ਵੀ ਕਿਹਨੇ ਕੀਤੀ। ਅਸੀਂ ਉਹਨੂੰ ਕਹਿੰਦੇ ਨੇ ਐਨੋਨੀਮਸ ਕਾਲ, ਜਿਹਦੇ ਵਿੱਚ ਜਿਹੜਾ ਬੰਦਾ ਕਾਲ ਕਰ ਰਿਹਾ ਹੈ ਉਹ ਆਪਣੀ ਪਛਾਣ ਨਹੀਂ ਦੱਸ ਰਿਹਾ, ਠੀਕ ਹੈ, ਉਹਨੂੰ ਅਸੀਂ ਕਹਿੰਦੇ ਐਨੋਨੀਮਸ ਕਾਲ। ਫਿਰ ਕਹਿੰਦੇ ਅ ਪਰਸਨ ਹੂ ਕੈਨ ਸਪੀਕ ਮੈਨੀ ਲੈਂਗੁਏਜਿਸ, ਜਿੱਦਾਂ ਹੁਣ ਅਸੀਂ ਪੰਜਾਬੀ ਤੇ ਜਾਣਦੇ ਹੀ ਹਾਂ ਬੋਲਣੀ, ਫਿਰ ਸਾਨੂੰ ਅੰਗਰੇਜ਼ੀ ਵੀ ਆ ਜਾਂਦੀ ਹੈ, ਸੋ 2-3 ਬੋਲੀਆਂ ਤਾਂ ਬੰਦੇ ਬੋਲ ਲੈਂਦੇ ਨੇ, 3 ਤੇ ਆਮ ਅੱਜ ਕੱਲ੍ਹ ਬੋਲਣ ਲੈਂਦੇ ਨੇ। ਫਿਰ ਕਹਿੰਦੇ ਅ ਪਰਸਨ ਹੂ ਕੈਨ ਸਪੀਕ ਮੈਨੀ ਲੈਂਗੁਏਜਿਸ, ਪਰ ਕਹਿੰਦੇ ਉਹ ਇਨਸਾਨ ਜੋ ਬਹੁਤ ਸਾਰੀਆਂ ਬੋਲੀਆਂ ਬੋਲ ਲੈਂਦਾ, 7-8 ਬੋਲ ਲੈਂਦਾ, 10-12 ਬੋਲ ਲੈਂਦਾ, ਉਹਨੂੰ ਕੀ ਕਿਹਾ ਜਾਂਦਾ ਹੈ? ਉਹਨੂੰ ਅਸੀਂ ਕਹਿੰਦੇ ਹਾਂ ਅੰਗਰੇਜ਼ੀ 'ਚ ਪੋਲੀਗਲੌਟ। ਕੀ ਕਹਿੰਦੇ ਆ? ਪੋਲੀਗਲੌਟ। ਹੁਣ ਬੱਚੇ ਆਮ ਸ਼ਬਦ ਦੇਖੋ ਵਰਤੋਂ ਵਿੱਚ ਬਹੁਤ ਘੱਟ ਆਉਂਦਾ, ਪਰ ਸਾਨੂੰ ਪਤਾ ਲੱਗਣਾ ਚਾਹੀਦਾ। ਹੁਣ ਦੇਖੋ ਕਿੰਨੇ ਸਾਰੇ ਸ਼ਬਦ ਸਾਨੂੰ ਸਿੱਖਣ ਨੂੰ ਮਿਲ ਰਹੇ ਨੇ, ਮੈਨੂਸਕ੍ਰਿਪਟ, ਐਨੋਨੀਮਸ, ਪੋਲੀਗਲੌਟ, ਟੀ ਟੋਟਲਰ ਆਏਗਾ। ਹੁਣ ਦੇਖੋ ਟੀ ਟੋਟਲਰ ਕੌਣ ਹੁੰਦਾ ਹੈ? ਅ ਪਰਸਨ ਹੂ ਡਜ਼ ਨਾਟ ਟੇਕ ਐਲਕੋਹਲਿਕ ਡਰਿੰਕਸ, ਸ਼ਰਾਬ ਵਾਲੀ ਚੀਜ਼ ਨਹੀਂ ਪੀਂਦਾ, ਸ਼ਰਾਬ ਵਾਲੀ ਕੋਈ ਡਰਿੰਕ ਨਹੀਂ ਪੀਂਦਾ। ਜੂਸ ਪੀ ਲੈਂਦਾ, ਲੱਸੀ ਪੀ ਲੈਂਦਾ ਹੈ ਨਾ, ਸ਼ਿਕੰਜਵੀ ਪੀ ਲੈਂਦਾ, ਪਰ ਬੀਅਰ, ਵਾਈਨ, ਸ਼ਰਾਬ ਨਹੀਂ ਪੀਂਦਾ। ਉਸ ਬੰਦੇ ਨੂੰ ਕੀ ਕਹਿੰਦੇ ਆ? ਅਸੀਂ ਪੰਜਾਬੀ 'ਚ ਕਹਿੰਦੇ ਸੋਫੀ, ਠੀਕ ਹੈ, ਤੇ ਅੰਗਰੇਜ਼ੀ 'ਚ ਕਹਿੰਦੇ ਟੀ ਟੋਟਲਰ। याद रख लो बच्चों, टी टोटलर, ठीक है। आगे चलिए, फिर आ गया अ पर्सन इंटरेस्टेड इन रीडिंग बुक्स एंड डूइंग नथिंग एल्स। नथिंग एल्स मैंने होर कुछ भी नहीं, कहते वो बंदा जिन्हों सिर्फ किताबां पढ़न च रुचि है, तो होर किसी काम च रुचि नहीं, ना सैर करन च, ना वर्जिश करन च, ना कोई पेंटिंग च, ना कोई किसी नाल गलबात करन च, ते वो कहते सिर्फ किताबां पढ़न च रुचि, होर किसी च नहीं। असीं कहने बुक वॉर्म, वॉर्म होंदा कीड़ा, बुक मैंने किताब। सो पंजाबी का भी शब्द इन्ना रलदा मिलदा, ਅਸੀਂ ਉਹਨੂੰ ਕਹਿੰਦੇ ਕਿਤਾਬੀ ਕੀੜਾ। ਇਹੋ ਜਿਹੇ ਬੰਦੇ ਨੂੰ ਅਸੀਂ ਕਹਿੰਦੇ ਕਿਤਾਬੀ ਕੀੜਾ, ਜੋ ਹਰ ਵੇਲੇ ਕਿਤਾਬਾਂ ਲੈ ਕੇ ਬੈਠਾ ਰਹਿੰਦਾ ਹੈ, ਉਹਨੂੰ ਅਸੀਂ ਕਹਿੰਦੇ ਕਿਤਾਬੀ ਕੀੜਾ। ਤੇ ਅੰਗਰੇਜ਼ੀ 'ਚ ਕਹਿੰਦੇ ਬੁੱਕ ਵॉर्म। ਵॉर्म ਦਾ ਮਤਲਬ ਹੁੰਦਾ ਕੀੜਾ। ਹੁਣ ਦੇਖੋ ਤੁਹਾਨੂੰ ਇੱਕ ਹੋਰ ਸ਼ਬਦ ਦੱਸਣਾ, ਅਰਥਵॉर्म। ਅਰਥਵॉर्म ਦੇ ਜਿਹੜੇ ਮੁਲੱਪ ਨਹੀਂ ਹੁੰਦੇ, ਉਹ ਗੰਡ ਗੰਡੋਏ ਬਰਸਾਤਾਂ ਵਿੱਚ ਜਿਹੜੇ ਆ ਜਾਂਦੇ ਨੇ, ਹੁਣ ਕਹਿੰਦੇ ਮਿੱਟੀ ਦੀ ਗੋਡੀ ਕਰਦੇ ਨੇ, ਹਨਾ, ਅਸੀਂ ਕਹਿੰਦੇ ਗੰਡ ਗੰਡੋਏ, ਤੇ ਅੰਗਰੇਜ਼ੀ ਕਹਿੰਦੇ ਅਰਥਵॉर्म, ਅਰਥਾਤ ਜੋ ਅਰਥ ਵਿੱਚ ਮਿੱਟੀ ਵਿੱਚ ਘੁੰਮਦਾ ਰਹਿੰਦਾ, ਉਹਦੀਆਂ ਮਿੱਟੀ ਦੀ ਢੇਰੀਆਂ ਬਣਾਉਂਦਾ ਰਹਿੰਦਾ, ਉਹਨੂੰ ਕਹਿੰਦੇ ਅਰਥਵॉर्म। ਤੇ ਬੁੱਕਵॉर्म ਕਿਤਾਬੀ ਕੀੜਾ, ਅਰਥਵॉर्म ਜਿਹੜੇ ਹੁੰਦੇ ਨੇ ਗੰਡ ਗੰਡੋਏ, ਠੀਕ ਹੈ। ਫਿਰ ਆ ਗਿਆ 11ਵਾਂ, ਅ ਪਰਸਨ ਹੂ ਟਰੈਵਲਸ ਟੂ ਅ ਸੈਕਰਡ ਪਲੇਸ। ਪਲੇਸ ਹੁੰਦੀ ਥਾਂ, ਸੈਕਰਡ ਹੁੰਦਾ ਪਵਿੱਤਰ, ਧਾਰਮਿਕ। ਸੈਕਰਡ ਪਲੇਸ ਕੋਈ ਧਾਰਮਿਕ ਸਥਾਨ, ਐਜ਼ ਐਨ ਐਕਟ ਆਫ ਰਿਲੀਜੀਅਸ ਡਿਵੋਸ਼ਨ। ਡਿਵੋਸ਼ਨ ਹੁੰਦੀ ਸ਼ਰਧਾ, ਰਿਲੀਜੀਅਸ ਡਿਵੋਸ਼ਨ ਧਾਰਮਿਕ ਸ਼ਰਧਾ। ਕਹਿੰਦੇ ਉਹ ਬੰਦਾ ਜੋ ਕਿਸੇ ਧਾਰਮਿਕ ਸਥਾਨ ਤੇ ਬਤੌਰ ਧਾਰਮਿਕ ਸ਼ਰਧਾ ਦੇ ਤੌਰ ਤੇ ਜਾਂਦਾ, ਟੂਰਿਸਟ ਵਜੋਂ ਨਹੀਂ। ਕਈ ਬੰਦੇ ਘੁੰਮਣ ਫਿਰਨ ਜਾਂਦੇ ਨੇ, ਹੁਣ ਸਾਰੇ ਬੰਦੇ ਦੇ ਦੇਵੀ ਦੇਵਤਿਆਂ ਨੂੰ ਨਹੀਂ ਮੰਨਦੇ, ਪਰ ਕਈ ਬੰਦੇ ਪਹਾੜਾਂ ਦੀ ਚੜ੍ਹਨ ਦੀ ਚੜ੍ਹਾਈ ਵਾਸਤੇ ਹੇਮਕੁੰਡ ਚਲ ਜਾਂਦੇ ਨੇ, ਜਾਂ ਵੈਸ਼ਨੋ ਦੇਵੀ ਚਲ ਜਾਂਦੇ ਨੇ। ਹੁਣ ਦਰਬਾਰ ਸਾਹਿਬ ਇੰਨੇ ਲੋਕ ਆਉਂਦੇ ਨੇ, ਕਈ ਤੇ ਸਿਰਫ ਘੁੰਮਣ ਫਿਰਨ ਨੂੰ ਆਉਂਦੇ ਨੇ, ਬਾਣੀ ਸੁਣਨ ਵਾਲੇ ਤੇ ਘੱਟ ਹੀ ਹੁੰਦੇ ਨੇ, ਕਈ ਉੱਦੇ ਘੁੰਮਣ ਜਾਂਦੇ ਨੇ। ਸੋ ਕਹਿੰਦੇ ਜਿਹੜਾ ਬੰਦਾ ਧਾਰਮਿਕ ਸ਼ਰਧਾ ਰੱਖ ਕੇ ਕਿਸੇ ਧਾਰਮਿਕ ਸਥਾਨ ਤੇ ਜਾਵੇ, ਉਹਨੂੰ ਅਸੀਂ ਕੀ ਕਹਿੰਦੇ ਆ? ਪਿਲਗ੍ਰਿਮ, ਠੀਕ ਹੈ, ਉਹਨੂੰ ਅਸੀਂ ਯਾਤਰੀ ਕਹਿ ਦਿੰਦੇ ਹਾਂ, ਪੰਜਾਬੀ 'ਚ ਹਮ ਯਾਤਰੀ ਕਹਿ ਦਿੰਦੇ ਹਾਂ। ਜਿੱਦਾਂ ਗੁਰਬਾਣੀ 'ਚ ਆਉਂਦਾ ਨਾ, ਜੋ ਤੁਮ ਤੀਰਥ ਤੋਂ ਹਮ ਜਾਤੀ, ਇੱਥੇ ਜਾਤੀ ਦਾ ਮਤਲਬ ਯਾਤਰੀ। ਕਿ ਹੈ ਵਾਹਿਗੁਰੂ ਜੀ, ਜੇ ਤੁਸੀਂ ਤੀਰਥ ਹੋ ਤੇ ਅਸੀਂ ਤੁਹਾਡੇ ਤੀਰਥ ਤੇ ਜਾਣ ਵਾਲੇ, ਖਿੱਚੇ ਜਾਣ ਵਾਲੇ ਤੁਹਾਡੇ ਵੱਲ ਅਸੀਂ ਯਾਤਰੀ ਹੈਗੇ ਹਾਂ, ਜਾਤੀ ਹੈਗੇ ਹਾਂ। ਸੋ ਪਿਲਗ੍ਰਿਮ ਹੁੰਦਾ ਬੱਚਿਓ, ਜਿਹੜਾ ਹੁੰਦਾ ਧਾਰਮਿਕ ਸਥਾਨ ਤੇ ਕੋਈ ਸ਼ਰਧਾ ਭਾਵਨਾ ਲੈ ਕੇ ਜਾਂਦਾ ਹੈ, ਉਹਨੂੰ ਅੰਗਰੇਜ਼ੀ ਕਹਿੰਦੇ ਪਿਲਗ੍ਰਿਮ। ਅ ਵੂਮਨ ਹੂਜ਼ ਹਸਬੈਂਡ ਇਜ਼ ਡੈਡ, ਉਹ ਔਰਤ ਜਿਹਦਾ ਪਤੀ ਚੜ੍ਹਾਈ ਕਰ ਚੁੱਕਾ ਹੈ, ਪੂਰਾ ਹੋ ਗਿਆ, ਅਕਾਲ ਚਲਾਣਾ ਕਰ ਚੁੱਕਾ, ਮਰ ਗਿਆ। ਅਸੀਂ ਪੰਜਾਬੀ 'ਚ ਕਹਿੰਦੇ ਵਿਧਵਾ, ਤੇ ਅੰਗਰੇਜ਼ੀ 'ਚ ਕਹਿੰਦੇ ਆ ਵਿਡੋ। ਇਹ ਵਿੰਡੋ ਨਹੀਂ ਹੈਗਾ ਬੱਚਿਓ, ਵਿੰਡੋ ਤੇ ਖਿੜਕੀ ਹੋ ਜਾਂਦੀ ਹੈ, ਜੇ WI ਤੋਂ ਬਾਅਦ N ਲੱਗ ਜਾਏ ਤੇ ਬਣ ਜਾਂਦਾ ਵਿੰਡੋ। ਵਿੰਡੋ ਹੁੰਦੀ ਤਾਕੀ, ਬਾਰੀ, ਖਿੜਕੀ, ਤੇ ਹੈਗਾ ਵਿਡੋ। ਇਹ ਧਿਆਨ ਰੱਖਣਾ ਸਪੈਲਿੰਗ ਦਾ, ਠੀਕ ਹੈ। ਕਹਿੰਦੇ ਅ ਥਿੰਗ ਲਾਈਕਲੀ ਟੂ ਬੀ ਬ੍ਰੋਕਨ ਈਜ਼ੀਲੀ, ਕਹਿੰਦੇ ਉਹ ਚੀਜ਼ ਜੋ ਸਹਿਜੇ ਕੀਤੇ ਹੀ ਟੁੱਟ ਜਾਵੇ, ਜਿਹਦੇ ਟੁੱਟਣ ਦਾ ਬਹੁਤ ਖਤਰਾ ਹੋਵੇ, ਜਿੱਦਾਂ ਕੱਚ ਦੇ ਗਲਾਸ, ਕੱਚ ਦੀ ਪਲੇਟਾਂ, ਕੱਚ ਦਾ ਸਮਾਨ। ਤੇ ਅੰਗਰੇਜ਼ੀ 'ਚ ਕਹਿ ਦਿੰਦੇ ਆ ਬ੍ਰਿਟਲ, ਪੰਜਾਬੀ 'ਚ ਕਹਿ ਦਿੰਦੇ ਟੁੱਟਣਹਾਰ। ਅਸੀਂ ਕਹਿੰਦੇ ਆ ਵੀ ਇਹ ਭਾਂਡੇ ਟੁੱਟਣਹਾਰ ਨੇ, ਧਿਆਨ ਦੇ ਨਾਲ ਇਹਨਾਂ ਨੂੰ ਧਿਆਨ ਨਾਲ ਚੱਕਿਓ, ਧਿਆਨ ਨਾਲ ਰੱਖਿਓ, ਇਹ ਟੁੱਟਣਹਾਰ ਨੇ, ਠੀਕ ਹੈ। ਸੋ ਪੰਜਾਬੀ 'ਚ ਕਹਿ ਦਿੰਦੇ ਬ੍ਰਿਟਲ, ਠੀਕ ਹੈ।
वन हू प्रैक्टिसेस वन ऑफ द फाइन आर्ट्स, ਜਿਹੜਾ ਮਨੁੱਖ फाइन आर्ट्स ਵਿੱਚ ਕਿਹੜੀ ਹੁੰਦੀਆਂ? फाइन आर्ट्स ਵਿੱਚ ਅਸੀਂ ਕਹਿੰਦੇ चित्रकारी, कलाकारी, पेंटिंग, पोइट्री, कवितावां ਦੀ रचना, ਸਾਹਿਤ, पोट्री, ਜਿੱਦਾਂ ਮਿੱਟੀ ਦੇ ਜਾਂ ਕਿਸੇ ਆਪਣੇ ਪੋਰਸਲੇਨ ਦੇ ਉਹਦੀ ਕੋਈ ਭਾਂਡੇ ਬਣਾਉਣੇ ਅਲੱਗ-ਅਲੱਗ ਡਿਜ਼ਾਈਨ ਦੇ, ਜਾਂ ਮੂਰਤੀ ਤਰਾਸ਼ੀ, ਬੁੱਤ ਤਰਾਸ਼ੀ, ਇੱਦਾਂ ਦੀਆਂ ਜਿਹੜੀ ਚੀਜ਼ਾਂ ਨੇ ਉਹਨੂੰ ਅਸੀਂ ਕਹਿੰਦੇ ਨੇ ਮਿਊਜ਼ਿਕ, ਸੰਗੀਤ ਹੋ ਗਿਆ, ਸੰਗੀਤ ਕੰਪੋਜ਼ ਕਰਨਾ, ਕੋਈ ਟਿਊਨ ਬਣਾਉਣੀ, ਕੋਈ ਗੀਤ ਲਿਖਣੇ, ਤੇ ਉਹਨੂੰ ਕਹਿੰਦੇ ਨੇ ਫਾਈਨ ਆਰਟਸ। ਤੇ ਕਹਿੰਦੇ ਵਨ ਨੂੰ ਪ੍ਰੈਕਟਿਸਿਸ ਵਨ ਆਫ ਦੀ ਫਾਈਨ ਆਰਟਸ, ਉਹਨੂੰ ਕਹਿੰਦੇ ਆਰਟਿਸਟ, ਕਲਾਕਾਰ। ਕਹਿੰਦੇ ਜਿਹੜਾ ਮਨੁੱਖ ਇਹਨਾਂ ਵਿੱਚੋਂ ਫਾਈਨ ਆਰਟਸ ਵਿੱਚੋਂ ਕਿਸੇ ਵੀ ਕਲਾ ਦਾ ਅਭਿਆਸ ਕਰਦਾ ਹੈ ਉਹਨੂੰ ਅਸੀਂ ਕਹਿੰਦੇ ਕਲਾਕਾਰ, ਆਰਟਿਸਟ। ਠੀਕ ਹੈ। ਅ ਪਰਸਨ ਹੂ ਈਟਸ ਟੂ ਮਚ, ਉਹ ਬੰਦਾ ਜਿਹੜਾ ਬਹੁਤ ਜ਼ਿਆਦਾ ਖਾਂਦਾ ਹੈ, ਠੀਕ ਹੈ ਨਾ, ਭੁੱਖੜ, ਜਿਹਨੂੰ ਕਹਿੰਦੇ ਭੁੱਖੜ ਕਹਿ ਦਿੰਦੇ ਆਪਾਂ ਪੰਜਾਬੀ 'ਚ, ਪੇਟੂ ਕਹਿ ਦਿੰਦੇ ਹਾਂ, ਭੁੱਖੜ ਕਹਿ ਦਿੰਦੇ ਹਾਂ, ਤੇ ਅੰਗਰੇਜ਼ੀ 'ਚ ਕਹਿੰਦੇ ਗਲਟਨ, ਗਲਟਨ। ਠੀਕ ਹੈ, ਵੀ ਹੀ ਇਜ਼ ਅ ਗਲਟਨ। ਠੀਕ ਹੈ। ਫਿਰ ਕਹਿੰਦੇ ਅ ਪਲੇਸ ਵੇਅਰ ਕਲੋਥਸ ਆਰ ਕੈਪਟ, ਕਹਿੰਦੇ ਉਹ ਥਾਂ ਜਿੱਥੇ ਕੱਪੜੇ ਰੱਖੇ ਜਾਂਦੇ ਹਨ, ਅਲਮਾਰੀਆਂ ਹੁੰਦੀਆਂ ਨੇ ਜਾਂ ਇੱਕ ਕੈਬਿਨ ਜਿਹਾ ਬਣਿਆ ਹੁੰਦਾ ਹੈ ਕਿ ਲੋਕਾਂ ਨੇ ਕਮਰੇ ਦੇ ਵਿੱਚ ਇੱਕ ਮਤਲਬ ਕਿ ਐਂਟਰੈਂਸ ਦੇ ਕੇ ਨਾ ਮਾੜੀ ਜਿਹੀ ਦਰਵਾਜ਼ਾ ਨਹੀਂ ਲਗਾਉਂਦਾ ਤੇ ਇੱਕ ਅਲੱਗ ਖਾਨਾ ਬਣਾਇਆ ਹੁੰਦਾ ਤੇ ਉਹ 'ਚ ਕੰਧ ਨਾਲ ਪੂਰੀ ਅਲਮਾਰੀ ਹੁੰਦੀ ਹੈ, ਉਹ 'ਚ ਕੱਪੜੇ ਹੁੰਦੇ ਨੇ। ਅਸੀਂ ਆਮ ਤੌਰ 'ਤੇ ਕਹਿੰਦੇ ਹਾਂ ਵਾਰਡਰੋਬ, ਜਿੱਥੇ ਕੱਪੜੇ ਰੱਖੇ ਜਾਂਦੇ ਨੇ ਉਸ ਇਲਾਕੇ ਨੂੰ, ਉਸ ਏਰੀਏ ਨੂੰ, ਘਰ ਦੇ ਉਸ ਹਿੱਸੇ ਨੂੰ ਕਿਹਾ ਜਾਂਦਾ ਵਾਰਡਰੋਬ। ਠੀਕ ਹੈ। ਅੱਗੇ ਦੇਖੀਏ ਹੋਰ 4 ਹੋਰ ਬਚੇ ਨੇ। ਵਨ ਹੂ ਲਵਸ ਔਰ ਸਪੋਰਟਸ ਵਨ ਕੰਟਰੀ, ਉਹ ਜਿਹੜਾ ਆਪਣੇ ਦੇਸ਼ ਦਾ ਨੂੰ ਸਪੋਰਟ ਕਰਦਾ ਹੈ ਜਾਂ ਪਿਆਰ ਕਰਦਾ ਹੈ, ਐਂਡ ਇਜ਼ ਵਿਲਿੰਗ ਟੂ ਡਿਫੈਂਡ ਇਟ, ਅਤੇ ਡਿਫੈਂਡ ਹੁੰਦਾ ਬੱਚੇ ਬਚਾਅ ਕਰਨਾ, ਮਤਲਬ ਕਿ ਹਮਲੇ ਤੋਂ ਬਚਾਅ ਕਰਨਾ, ਉਹਦੀ ਰੱਖਿਆ ਕਰਨੀ, ਉਹਦੀ ਰੱਖਿਆ ਕਰਨ ਲਈ ਹਮੇਸ਼ਾ ਵਿਲਿੰਗ ਹੁੰਦਾ, ਮਤਲਬ ਇੱਛੁਕ ਰਹਿੰਦਾ ਹੈ, ਤਿਆਰ ਰਹਿੰਦਾ ਹੈ ਉਹਦੀ ਰੱਖਿਆ ਕਰਨ ਲਈ, ਉਹਦੇ ਲਈ ਮਰ ਮਿਟਣ ਲਈ ਤਿਆਰ ਰਹਿੰਦਾ, ਉਹਨੂੰ ਅਸੀਂ ਕਹਿੰਦੇ ਹਾਂ ਪੈਟਰੀਓਟ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਨੇ ਦੇਸ਼ ਭਗਤ। ਠੀਕ ਹੈ, ਪੈਟਰੀਓਟ। ਵਨ ਹੂ ਇਜ਼ ਅਨਏਬਲ, ਅਨਏਬਲ ਸਮਰੱਥ ਨਹੀਂ ਹੈ, ਟੂ ਪੇ, ਦੇਣ ਵਾਸਤੇ, ਵਨਸ ਡੈਟ, ਡੈਟ ਹੁੰਦਾ ਕਰਜ਼ਾ, ਉਹ ਮਨੁੱਖ ਜਿਹੜਾ ਆਪਣੇ ਕਰਜ਼ੇ ਮੋੜਨ ਦੇ ਸਮਰੱਥ ਨਾ ਰਵੇ, ਅਸੀਂ ਕਹਿੰਦੇ ਦਿਵਾਲੀਆ, ਪੰਜਾਬੀ 'ਚ ਕਹਿੰਦੇ ਦਿਵਾਲੀਆ ਨਿਕਲ ਗਿਆ ਉਹਦਾ, ਹਨਾ, ਤੇ ਕੰਗਾਲ ਹੋ ਗਿਆ, ਅਸੀਂ ਅੰਗਰੇਜ਼ੀ 'ਚ ਕਹਿੰਦੇ ਬੈਂਕਰਪਟ, ਹੀ ਇਜ਼ ਬੈਂਕਰਪਟ, ਵੀ ਉਹ ਆਪਣੇ ਕਰਜ਼ੇ ਮੋੜਨ ਦੀ ਹਾਲਤ ਵਿੱਚ ਨਹੀਂ ਹੈ। ਠੀਕ ਹੈ। ਸਮਥਿੰਗ ਦੈਟ ਕੈਨ ਬੀ ਹਰਡ, ਕਹਿੰਦੇ ਉਹ ਚੀਜ਼ ਜਿਹੜੀ ਸੁਣੀ ਜਾ ਸਕੇ, ਅਰਥਾਤ ਜਿਹਦੀ ਆਵਾਜ਼ ਕੰਨਾਂ ਵਿੱਚ ਪਹੁੰਚ ਰਹੀ ਹੋਵੇ, ਉਹਨੂੰ ਅਸੀਂ ਕਹਿੰਦੇ ਨੇ ਆਡੀਬਲ। ਜਿੱਦਾਂ ਮੈਂ ਕਹਾਂ this sound is audible to me, ਜਾਂ ਮੈਂ ਕਹਾਂ your voice is not audible to me, ਮਤਲਬ ਇਹ ਆਵਾਜ਼ ਪਹਿਲੇ ਜਿਵੇਂ ਕਹਾਂ this sound is audible to me, ਇਹ ਆਵਾਜ਼ ਮੈਨੂੰ ਸੁਣ ਰਹੀ ਹੈ, ਤੇ ਜਿਵੇਂ ਕਹਾਂ your voice is not audible to me, ਤੇਰੀ ਆਵਾਜ਼ ਮੈਨੂੰ ਸੁਣ ਨਹੀਂ ਰਹੀ, ਵੀ ਤੂੰ ਬਹੁਤ ਮੱਧਮ ਬੋਲ ਰਿਹਾ, ਦੂਰੋਂ ਬੋਲ ਰਿਹਾ, ਨੇੜੇ ਆ ਕੇ ਬੋਲ। ਤੇ ਜੇ ਮੈਂ ਹੁਣ ਆਡੀਬਲ ਦਾ ਜੇ ਉਲਟਾ ਕਰਨਾ ਹੋਵੇ ਬੱਚਿਓ, ਤੁਹਾਨੂੰ ਨਾਲ ਹੋਰ ਗੱਲ ਵੀ ਦੱਸ ਦਈਏ, ਇਹਦੇ ਮੋਹਰੇ ਲਗਾ ਦਿਓ IN, ਅਗੇਤਰ ਲਗਾ ਦਿਓ, ਜਿਹਨੂੰ ਕਹਿੰਦੇ ਪ੍ਰੀਫਿਕਸ, ਅਗੇਤਰ ਲਗਾ ਦਿਓ ਇਨਆਡੀਬਲ, IN, ਤੇ ਕੀ ਬਣ ਜਾਏਗਾ ਇਨਆਡੀਬਲ। ਇਨਆਡੀਬਲ ਜਿਹੜੀ ਆਵਾਜ਼ ਕੰਨਾਂ ਤੱਕ ਨਾ ਪਹੁੰਚੇ, ਤੇ ਮੈਂ ਕਹਾਂ ਕੋਈ ਬੰਦਾ ਬੋਲ ਰਿਹਾ ਹੋਵੇ ਤੇ ਮੈਂ ਉਹਨੂੰ ਕਹਾਂ ਯੂਅਰ ਵਾਇਸ ਇਜ਼ ਇਨਆਡੀਬਲ, ਮੈਨੂੰ ਤੇਰੀ ਆਵਾਜ਼ ਨਹੀਂ ਸੁਣ ਰਹੀ, ਸਪੀਕ ਲਾਊਡਲੀ, ਜਾਂ ਉੱਚੀ ਬੋਲ, ਔਰ ਕਮ ਕਲੋਜ਼ਰ ਐਂਡ ਦੈਨ ਸਪੀਕ, ਤੇ ਜਾਂ ਫਿਰ ਮੇਰੇ ਹੋਰ ਨੇੜੇ ਆ ਤੇ ਫਿਰ ਗੱਲ ਕਰ। ਠੀਕ ਹੈ। ਸੋ ਬੱਚਿਓ ਇੱਦਾਂ ਅਸੀਂ ਦੇਖੋ ਅੰਗਰੇਜ਼ੀ ਬੋਲਣੀ ਤੇ ਵਰਤਣੀ ਸਿੱਖਣੀ ਹੈ। ਆਡੀਬਲ ਹੁੰਦਾ ਬੱਚਿਓ ਜਿਹੜੀ ਆਵਾਜ਼ ਕੰਨ ਤੱਕ ਪਹੁੰਚ ਜਾਏ, ਸਮਝ ਆ ਜਾਏ, ਇਨਆਡੀਬਲ ਜਿਹੜੀ ਨਾ ਪਹੁੰਚੇ, ਨਾ ਸੁਣੇ, ਨਾ ਸਮਝ ਆਵੇ। ਠੀਕ ਹੈ। ਫਿਰ ਅਗਲਾ ਆ ਗਿਆ ਦੀ ਆਰਟ ਆਫ ਬਿਊਟੀਫੁਲ ਹੈਂਡ ਰਾਈਟਿੰਗ, ਹੈਂਡ ਰਾਈਟਿੰਗ ਤੇ ਲਿਖਦੇ ਨੇ ਸਾਰੇ, ਕਈ ਬੰਦੇ ਬੱਚਿਓ ਬੜਾ ਸਜਾ ਕੇ ਡਿਜ਼ਾਈਨ ਪਾ ਕੇ ਹੈਂਡ ਰਾਈਟਿੰਗ ਕਰਦੇ ਨੇ, ਤੁਸੀਂ ਦੇਖਿਆ ਹੋਣਾ ਕਈ ਵਾਰ ਆਪਣੇ ਕਈ ਹੁਕਮਨਾਮੇ ਬੜੇ ਸੋਹਣੇ ਸਜਾ ਕੇ ਲਿਖਦੇ ਨੇ, ਕਈ ਬੰਦੇ ਕੋਈ ਆਪਣੇ ਜਿੱਦਾਂ WhatsApp ਤੇ ਆਉਂਦੇ ਨੇ ਕੋਈ ਪੰਜਾਬੀ ਦੀਆਂ ਕੋਟੇਸ਼ਨਸ ਬਹੁਤ ਵਧੀਆ ਸਜਾ ਕੇ ਲਿਖਦੇ ਨੇ, ਰੰਗਦਾਰ ਕਰਕੇ ਡਿਜ਼ਾਈਨ ਬਣਾ ਕੇ, ਅਸੀਂ ਉਹਨੂੰ ਕਹਿੰਦੇ ਨੇ ਸੁਲੇਖਕਾਰੀ, ਹਨਾ, ਸੁਲੇਖਕਾਰੀ, ਸੁੰਦਰ ਲਿਖਾਈ ਦਾ ਮਤਲਬ ਕਿ ਇੱਕ ਉਹਦੀ ਕਲਾ ਹੈਗੀ ਹੈ। ਤੇ ਉਹਨੂੰ ਬੱਚੇ ਅਸੀਂ ਕਹਿੰਦੇ ਬਿਊਟੀਫੁਲ ਹੈਂਡ ਰਾਈਟਿੰਗ, ਅਰਥਾਤ ਸੋਹਣੀ ਹੈਂਡ ਰਾਈਟਿੰਗ, ਉਹਨੂੰ ਅੰਗਰੇਜ਼ੀ 'ਚ ਕਹਿ ਦਿੰਦੇ ਆ ਕੈਲੀਗ੍ਰਾਫੀ, ਤੇ ਪੰਜਾਬੀ 'ਚ ਕਹਿੰਦੇ ਸੁਲੇਖਕਾਰੀ। ਸੋ ਇਹ ਸ਼ਬਦ ਸਾਰੇ ਲਿਖੀ ਜਾਓ, ਇਹ ਕੈਲੀਗ੍ਰਾਫੀ ਕਹਿੰਦੇ ਆ। ਠੀਕ ਹੈ ਬੱਚਿਓ। ਸੋ ਇਹ ਸੀ ਬੱਚਿਓ ਬੜਾ ਹੀ ਮਜ਼ੇਦਾਰ, ਬੜਾ ਰੋਚਕ ਤੇ ਬੜਾ ਹੀ ਗਿਆਨ ਭਰਪੂਰ ਜਿਹੜੇ ਐਕਟੀਵਿਟੀ ਸੀ। ਇਹ 'ਚ 20 ਸ਼ਬਦ ਜਿਹੜੇ ਨੇ ਤੁਸੀਂ ਸਿੱਖੇ ਨੇ, ਜਿਹੜੇ ਅਸਲ ਵਿੱਚ ਹੈਗੇ ਨੇ ਵਨ ਸਬਸਟੀਟਿਊਸ਼ਨ ਵਰਡ, ਮਤਲਬ ਕਿ ਇੰਨੀ ਵੱਡੀ ਗੱਲ ਕਹਿਣ ਦੀ ਬਜਾਏ ਅਸੀਂ ਇੱਕ ਸ਼ਬਦ ਰਾਹੀਂ ਆਪਣੀ ਗੱਲ ਨੂੰ ਪ੍ਰਗਟ ਕਰ ਸਕਦੇ ਹਾਂ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸੇ ਤਰ੍ਹਾਂ ਮਨ ਲਾ ਕੇ ਅਨੁਸ਼ਾਸਨ ਦੇ ਨਾਲ, ਨਿਰੰਤਰਤਾ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।